ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਓ ਬਲਿਹਾਰੀ ਸਤਿਗੁਰ ਚਰਨ। ਦਰਸ਼ਨ ਕੈਸੀ ਦਿਨ ਸਰਾਤ, ਚਿਤੋਂ ਨੀਕ ਹੋਲ ਕਪਟ ਗੁਰ ਮੇਲਿਆ। ਨਾਨਕ ਹਰ ਸੰਗ ਮੀਤ, ਸਾਜਨ ਤੇਰੇ ਚਰਨ ਕੀ ਹੋਏ ਰਾਤ ਦੂਰ। ਨਾਨਕ ਸ਼ਰਨ ਤੁਹਾਰੀ ਵੇਖੋ ਸਦਾ ਹਜੂਰ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਅੱਗੇ ਅਰਦਾਸ ਕਰ, ਸਾਜਣ ਦੇ ਮਿਲਾਏ। ਸਾਜਣ ਮਿਲਿਆ ਸੁਖ ਪਾਇਆ, ਜਮਦੂਤ ਮੋਏ ਵਿਖ ਖਾਏ। ਸਤਿਗੁਰ ਅੱਗੇ ਅਰਦਾਸ ਕਰ, ਸਾਜਣ ਦੇ ਮਿਲਾਏ। ਸਾਜਣ ਮਿਲਿਆ ਸੁਖ ਪਾਇਆ, ਜਮਦੂਤ ਮੋਏ ਵਿਖ ਖਾਏ। ਨਾਵੈ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਬਾਝੋ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨ ਪਾਏ। ਗੁਰਮਤਿ ਪਰਗਾਸ ਹੋਏ, ਸੱਚ ਰਹਿ ਲਿਵ ਲਾਏ। ਤਿਥੈ ਕਾਲਨ ਸੰਚਰੈ, ਜੋਤੀ ਜੋਤ ਸਮਾਏ। ਤਿਥੈ ਕਾਲਨ ਸੰਚਰੈ, ਜੋਤੀ ਜੋਤ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਇਹ ਪਵਿੱਤਰ ਸ਼ਬਦ ਜਿਸ ਦੇ 4 ਪਦੇ ਆਪਾਂ ਕੱਲ੍ਹ ਸਰਵਣ ਕੀਤੇ ਸੀ, 5ਵੇਂ ਪਦੇ ਦਾ ਆਪ ਜੀ ਨੇ ਪਾਠ ਸਰਵਣ ਕੀਤਾ। ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਨੇ ਰਾਗ ਸ੍ਰੀ ਰਾਗ ਵਿੱਚ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 55 ਉੱਪਰ ਉਚਾਰਨ ਕੀਤਾ ਹੈ। ਮਛਲੀ ਜਾਲ ਨ ਜਾਣਿਆ, ਸਰ ਖਾਰਾ ਅਸਗਾਹ।
ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹ, ਕੀਤੇ ਕਾਰਨ ਪਾਕੜੀ ਕਾਲ ਨ ਟਲੇ ਸਿਰਾਹ। ਤੋ ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ ਕਿ ਜਿਸ ਤਰ੍ਹਾਂ ਮੱਛੀ ਜਿਹੜੀ ਹੈ ਆਪਣੀ ਭੱਜ ਦੌੜ ਕਰਕੇ ਹੀ ਜਾਲ ਵਿੱਚ ਫਸ ਜਾਂਦੀ ਆ, ਇਸੇ ਤਰ੍ਹਾਂ ਮਨੁੱਖ ਵੀ ਆਪਣੀ ਮਨਮਤ ਕਰਕੇ ਹੀ ਫਸਦਾ ਹੈ, ਭੱਜ ਦੌੜ ਕਰਕੇ ਹੀ ਫਸਦਾ ਹੈ, ਅਗਿਆਨਤਾ ਕਰਕੇ ਫਸਦਾ ਹੈ। ਜਿੰਨਾ ਚਿਰ ਗਿਆਨ ਨਹੀਂ ਮਿਲਦਾ ਉਹਨਾਂ ਚਿਰ ਇਹ ਫਸਦਾ ਹੈ। ਤੇ ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋ ਗਿਆ, ਸੱਚੋ ਸੱਚਾ ਆਖੀਐ, ਸੱਚਾ ਸੱਚੇ ਸੱਚਾ ਥਾਨ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਜਿਨ੍ਹਾਂ ਨੇ ਪਰਮੇਸ਼ਰ ਨੂੰ ਮੰਨ ਲਿਆ, ਉਹਦੇ ਨਾਲ ਜੁੜਨਾ ਕੀਤਾ, ਉਹਨਾਂ ਦਾ ਧਿਆਨ ਪਰਮੇਸ਼ਰ ਨਾਲ ਜੁੜ ਗਿਆ। ਮਨ ਮੁਖ ਸੋਚਿਆ ਜਾਣੀਐ, ਉਹ ਕਿਹੋ ਜਿਹੇ ਹੁੰਦੇ ਆ? ਉਹਨਾਂ ਦੇ ਮਨ ਅਤੇ ਮੂੰਹ ਵਿੱਚ ਇੱਕੋ ਹੀ ਗੱਲ ਹੁੰਦੀ ਹੈ। ਮਨ ਮੁਖ ਅਲੱਗ ਅਲੱਗ ਕਰਕੇ ਪੜ੍ਹਨਾ ਹੈ। ਮਨ ਅਤੇ ਮੁਖ ਵਿੱਚ ਜਿਨ ਮਨ ਹੋਰ ਮੁਖ ਹੋਰ ਸੇ ਕੱਚੇ ਕਾਂਢੇ, ਉਹ ਕੱਚੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਗੱਲ ਕੁਝ ਹੋਰ ਹੋਵੇ ਤੇ ਬਾਹਰੋਂ ਕੁਝ ਹੋਰ ਕਹਿਣ। ਭਾਵ ਸੰਸਾਰ ਨੂੰ ਲੁੱਟਣ ਦਾ ਇਰਾਦਾ ਹੋਵੇ ਜਿਨ੍ਹਾਂ ਦਾ। ਗਲੀ ਜਿਨ੍ਹਾਂ ਜਪ ਮਾਰੀਆਂ, ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨ ਆਖੀਐ, ਬਨਾਰਸ ਕੇ ਠੱਗ। ਇਹੋ ਜਿਹੇ ਲੋਕਾਂ ਨੂੰ ਕਬੀਰ ਸਾਹਿਬ ਨੇ ਬਨਾਰਸ ਦੇ ਠੱਗ ਵੀ ਕਿਹਾ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ, ਮਨ ਮੁਖ ਸੋਚੇ ਜਾਣੀਐ, ਜਿਨ੍ਹਾਂ ਦੇ ਮਨ ਤੇ ਮੁਖ ਵਿੱਚ ਇੱਕੋ ਹੀ ਗੱਲ ਹੈ, ਉਹ ਹੀ ਸੱਚੇ ਤੇ ਸੁੱਚੇ ਹਨ। ਗੁਰਮੁਖ ਜਿਨ੍ਹਾਂ ਗਿਆਨ, ਉਹ ਕੌਣ ਹੈ? ਜਿਨ੍ਹਾਂ ਨੂੰ ਗਿਆਨ ਹੋ ਗਿਆ। ਹੁਣ ਇਹ ਗਿਆਨ ਕਿੱਥੋਂ ਮਿਲੇਗਾ? ਗਿਆਨ ਹੀ ਪਰਮੇਸ਼ਰ ਹੈ, ਆਨੰਦ ਹੀ ਪਰਮੇਸ਼ਰ ਹੈ, ਸੱਚ ਹੀ ਪਰਮੇਸ਼ਰ ਹੈ। ਇਹ ਮਿਲੂ ਕਿੱਥੋਂ? ਕਿਉਂਕਿ ਗਿਆਨ ਹਮੇਸ਼ਾ ਸੱਚਾ ਹੁੰਦਾ ਹੈ। ਧਰਤੀ ਦੇ ਵਿੱਚ ਦਾਣੇ ਬੀਜਣ ਦਾ ਗਿਆਨ ਹੈ ਜਿਹੜਾ, ਉਹ ਕੱਚੀ ਧਰਤੀ 'ਚ ਹੈ, ਇਹ ਸੱਚ ਹੈ। ਪਰ ਜੇ ਕੋਈ ਫਰਸ਼ ਤੇ ਆਖੇ ਕਿ ਉੱਭਰੇਗਾ, ਫਰਸ਼ ਤੇ ਕਿਵੇਂ ਉੱਭਰੇਗਾ? ਜਿਹੜਾ ਉਹਨੂੰ ਬੀਜਣ ਦਾ ਗਿਆਨ ਹੈ ਉਹ ਧਰਤੀ ਦੇ ਵਿੱਚ ਹੈ। ਕੱਚੀ ਧਰਤੀ ਮਿੱਟੀ ਪਾਣੀ ਦੇ ਵਿੱਚ ਮਿਲ ਕੇ ਹੀ ਦਾਣਾ ਉੱਗਰਦਾ ਹੈ, ਫਰਸ਼ ਤੇ ਕਦੇ ਨਹੀਂ ਉੱਗਰਦਾ। ਇਹ ਗਿਆਨ ਹੈ ਉਸ ਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਨੂੰ ਪ੍ਰਾਪਤੀ ਦਾ ਜਿਹੜਾ ਗਿਆਨ ਹੈ, ਜਦੋਂ ਮਨੁੱਖ ਨੂੰ ਆ ਗਿਆ, ਸੋਝੀ ਆ ਗਈ ਤੇ ਇਹਨੂੰ ਚਾਰੇ ਪਾਸੇ ਉਹ ਦਿਖਾਈ ਦੇਣ ਲੱਗੇ। ਸੱਚ ਹੀ ਸੱਚ ਉਹਨੂੰ ਗਿਆਨ ਹੋਣ ਲੱਗਿਆ ਵੀ ਸਭ ਸੱਚ ਹੈ ਜੋ ਦਿਖਾਈ ਦੇ ਰਿਹਾ ਹੈ। ਹੁਣ ਅਗਲੀ ਗੱਲ ਆਪਣੀ ਕਰਦੇ ਆ ਪੰਜਵੇਂ ਪਦੇ ਵਿੱਚ, ਸਤਿਗੁਰ ਅੱਗੇ ਅਰਦਾਸ ਕਰ, ਸਿੱਖਾ ਜੇ ਤੂੰ ਵੀ ਇਸ ਗਿਆਨ ਨੂੰ ਪ੍ਰਾਪਤ ਕਰਨਾ ਹੈ ਤੇ ਗੁਰੂ ਨੂੰ ਬੇਨਤੀ ਕਰ। ਸਾਜਣ ਦੇ ਮਿਲਾਏ ਤੈਨੂੰ ਤੇਰਾ ਪਰਮੇਸ਼ਰ ਵਾਹਿਗੁਰੂ ਸੱਚ ਮਿਲਾ ਦੇਵੇ। ਇੱਕ ਉਦਾਹਰਨ ਮੈਂ ਗੱਲ ਕਰਾਂ ਕਿ ਕਈ ਵਾਰੀ ਬੱਚੇ ਬੱਚੀ ਦਾ ਸੰਯੋਗ ਨਹੀਂ ਬਣਦਾ, ਅਸੀਂ ਇੱਥੇ ਆ ਕੇ ਅਰਦਾਸ ਕਰਦੇ ਹਾਂ। ਉਸ ਵਿਸ਼ੇ ਤੇ ਵੀ ਬਾਣੀ ਲਿਖੀ ਆ, ਜੇ ਲੋੜੇ ਵਰ ਬਾਲੜੀਏ ਗੁਰ ਚਰਨੀ ਚਿਤ ਲਾਏ ਰਾਮ। ਹੇ ਬੱਚੀ, ਜੇ ਤੈਨੂੰ ਵਰ ਨਹੀਂ ਮਿਲ ਰਿਹਾ ਤਾਂ ਤੂੰ ਗੁਰੂ ਨੂੰ ਜਾ ਕੇ ਪੁੱਛ, ਗੁਰੂ ਅੱਗੇ ਬੇਨਤੀ ਕਰ। ਉਹ ਤਾਂ ਹੈ ਸੰਸਾਰੀ ਤੌਰ ਤੇ ਇੱਕ ਵਰ ਹੈ ਪਰਮੇਸ਼ਰ ਤੇ ਬੱਚੀ ਹੈ ਸਾਡੀ ਆਤਮਾ। ਸਾਡੀ ਆਤਮਾ ਨੂੰ ਵੀ ਜਿੰਨਾ ਚਿਰ ਸੱਚ ਦਾ ਗਿਆਨ ਨਹੀਂ ਹੋ ਜਾਂਦਾ, ਸੱਚ ਰੂਪ ਪਰਮੇਸ਼ਰ ਨਹੀਂ ਮਿਲ ਜਾਂਦਾ, ਪਤੀ ਨਹੀਂ ਮਿਲ ਜਾਂਦਾ, ਇਹਨੂੰ ਵੀ ਸ਼ਾਂਤੀ ਨਹੀਂ। ਜੇ ਲੋੜੇ ਵਰ ਬਾਲੜੀਏ ਗੁਰ ਚਰਨੀ ਚਿਤ ਲਾਏ ਰਾਮ, ਸਦਾ ਹੋਵੇ ਸੁਹਾਗਣੀ ਮਰੇ ਨਾ ਜਾਏ ਰਾਮ। ਸੰਸਾਰੀ ਸਰੀਰ ਤਾਂ ਜੰਮਦੇ ਮਰਦੇ ਰਹਿੰਦੇ ਆ, ਪਰ ਇੱਥੇ ਮਰੇ ਨਾ ਜਾਏ ਰਾਮ ਤੋਂ ਭਾਵ ਹੈ ਪਰ ਤੈਨੂੰ ਪਰਮੇਸ਼ਰ ਮਿਲ ਜਾਵੇਗਾ, ਫਿਰ ਨਾ ਤੂੰ ਮਰੇਂਗੀ ਨਾ ਤੇਰਾ ਮਾਲਕ ਮਰਨ ਵਾਲਾ ਹੈ। ਹਮੇਸ਼ਾ ਹਮੇਸ਼ਾ ਲਈ ਤੂੰ ਉਸ ਦੇ ਵਿੱਚ ਮਿਲ ਕੇ ਅਮਰ ਹੋ ਜਾਵੇਗੀ। ਇਸੇ ਤਰ੍ਹਾਂ ਹੀ ਸਿੱਖਾ, ਜੇ ਤੂੰ ਉਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਮੌਤ ਤੋਂ ਵਾਰ-ਵਾਰ ਜੰਮਣ ਮਰਨ ਤੋਂ ਬਚਣਾ ਚਾਹੁੰਦਾ ਹੈ,
ਤਾਂ ਸਤਿਗੁਰ ਅੱਗੇ ਅਰਦਾਸ ਕਰ। ਆ ਗੁਰੂ ਦੀ ਅੱਗੇ ਬੇਨਤੀ ਕਰੀਏ, ਸਾਜਣ ਦੇ ਮਿਲਾਏ, ਸਾਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ। ਤੇ ਜਦੋਂ ਗੁਰੂ ਕਿਰਪਾ ਕਰਦਾ ਹੈ, ਮਾਲਕ ਮਿਲ ਜਾਂਦਾ ਹੈ ਤੇ ਦੁਸ਼ਮਣਾਂ ਦਾ ਖਾਤਮਾ ਹੋ ਜਾਂਦਾ ਹੈ। ਇੱਕ ਬੱਚੀ ਕੱਲੀ ਦੂਰ ਤੱਕ ਕਿਧਰੇ ਨਹੀਂ ਜਾ ਸਕਦੀ, ਪਰ ਜੇ ਆਪਣੇ ਪਤੀ ਦੇ ਨਾਲ ਹੋਵੇ ਤੇ ਕੋਈ ਉਹਦੇ ਵੱਲ ਉਂਗਲ ਨਹੀਂ ਕਰ ਸਕਦਾ, ਹੱਥ ਚੱਕ ਕੇ ਅੱਖ ਚੱਕ ਕੇ ਵੇਖ ਨਹੀਂ ਸਕਦਾ। ਇਸੇ ਤਰ੍ਹਾਂ ਇਹ ਜੀਵ ਆਤਮਾ ਨੂੰ ਜਦੋਂ ਸੱਜਣ ਪਰਮੇਸ਼ਰ ਸੱਚ ਮਿਲ ਗਿਆ ਤਾਂ ਉਹਦੇ ਦੁੱਖ ਦੇਣ ਵਾਲੇ ਜਿਹੜੇ ਜਮਦੂਤ ਹਨ ਉਹ ਮਰ ਜਾਣਗੇ, ਜ਼ਹਿਰ ਖਾ ਕੇ, ਭਾਵ ਖਤਮ ਹੀ ਹੋ ਜਾਣਗੇ। ਜਮਦੂਤ ਮੋਏ ਬਿਖ ਖਾਏ, ਜਿਵੇਂ ਕੋਈ ਜ਼ਹਿਰ ਖਾ ਕੇ ਮਰ ਜਾਂਦਾ, ਇਉਂ ਉਹਨਾਂ ਦੇ ਦੁੱਖ, ਉਹਨਾਂ ਦੇ ਦੁਸ਼ਮਣ ਖਤਮ ਹੋ ਜਾਣਗੇ ਜਦੋਂ ਗੁਰੂ ਤੋਂ ਗਿਆਨ ਮਿਲ ਗਿਆ। ਤੇ ਕੌਣ ਹੈ ਜਮਦੂਤ? ਉਹ ਸਿੰਘਾਂ ਵਾਲੇ ਆ? ਨਹੀਂ, ਸਾਡੇ ਅੰਦਰ ਭਰਮ ਪੈਦਾ ਕਰਨ ਵਾਲੇ, ਡਰ ਪੈਦਾ ਕਰਨ ਵਾਲੇ, ਈਰਖਾ ਪੈਦਾ ਕਰਨ ਵਾਲੇ, ਦੁਈ ਦਵੈਤ ਪੈਦਾ ਕਰਨ ਵਾਲੇ, ਇਹ ਸਾਰੇ ਜਮਦੂਤ ਹੈ। ਜੋ ਸਾਡੇ ਅੰਦਰ ਇਹ ਚੀਜ਼ਾਂ ਭਰਮ ਪੈਦਾ ਹੋ ਜਾਂਦੀਆਂ ਤਾਂ ਗੁਰੂ ਪਿਆਰੋ ਅਸੀਂ ਡਰਨਾ ਸ਼ੁਰੂ ਕਰ ਦਿੰਦੇ ਹਾਂ। ਜਿਵੇਂ ਰੱਸੀ ਨੂੰ ਸੱਪ ਮੰਨ ਕੇ ਬੰਦਾ ਡਰ ਜਾਂਦਾ, ਜਦ ਪੂਰੀ ਲਾਈਟ ਉੱਥੇ ਮਾਰਦਾ ਫਿਰ ਡਰ ਖਤਮ ਹੋ ਜਾਂਦਾ, ਯਾਰ ਐਵੇਂ ਡਰ ਗਏ ਤਾਂ ਰੱਸੀ ਸੀ। ਇਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਡਰ ਜਿਹੜਾ ਪੈਦਾ ਕਰਦਾ ਉਹ ਭਰਮ, ਆਸ਼ਾ, ਤ੍ਰਿਸ਼ਨਾ, ਦੁਈ ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਤਰ੍ਹਾਂ ਦੇ ਜਿਹੜੇ ਵਿਕਾਰ ਰੂਪੀ ਦੁਸ਼ਮਣ ਹਨ, ਇਹਨਾਂ ਨੂੰ ਸੱਚ ਦੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਜਿੰਨਾ ਚਿਰ ਸੱਚ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਇਹ ਭਰਮ ਬਣਿਆ ਰਹਿੰਦਾ, ਡਰ ਬਣਿਆ ਰਹਿੰਦਾ, ਬੰਦੇ ਨੂੰ ਅੰਦਰੋਂ ਡਰਾਉਂਦੇ ਰਹਿੰਦੇ ਹੈ। ਤੇ ਜਦੋਂ ਗੁਰੂ ਨੇ ਸੱਚ ਦਾ ਗਿਆਨ ਕਰਾਤਾ, ਜਮਦੂਤ ਮੋਏ ਬਿਖ ਖਾਏ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਪਰਮੇਸ਼ਰ ਨੂੰ ਸਿਮਰ ਲਿਆ, ਉਹਨਾਂ ਦੇ ਡਰ ਖਤਮ ਹੋ ਗਏ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਉਹ ਮੁਕਤ ਹੋ ਗਏ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਿਮਰ ਲਿਆ, ਉਹਨਾਂ ਦੀਆਂ ਜਮਾਂ ਦੀਆਂ ਫਾਂਸੀਆਂ ਟੁੱਟ ਗਈਆਂ। ਜਮਦੂਤ ਮੋਏ ਵੇਖਾਏ, ਉਹਨਾਂ ਦੇ ਦੁੱਖਾਂ ਦਾ ਖਾਤਮਾ ਹੋ ਗਿਆ। ਨਾ ਵੈ ਅੰਦਰ ਹਉ ਵਸਾ, ਨਾ ਵਸੈ ਮਨ ਆਏ। ਤੇ ਇਹ ਗੱਲ ਬਣੂ ਕਿਵੇਂ? ਜਦੋਂ ਗੁਰੂ ਦੇ ਬਖਸ਼ੇ ਨਾਮ ਦੇ ਵਿੱਚ ਆਪਾਂ ਵਸ ਗਏ ਤੇ ਨਾਮ ਆਪਣੇ 'ਚ ਵਸ ਗਿਆ, ਓਤ ਪੋਤ ਹੋ ਗਏ। ਜਿਵੇਂ ਪਾਣੀ ਦੇ ਵਿੱਚ ਖੰਡ ਮਿਕਸ ਹੋ ਜਾਂਦੀ ਹੈ, ਪਾਣੀ ਖੰਡ 'ਚ ਮਿਕਸ ਹੋ ਗਿਆ, ਖੰਡ ਪਾਣੀ 'ਚ ਮਿਕਸ ਹੋ ਗਈ। ਖੰਡ ਆਪ ਮਿੱਠੀ ਸੀ, ਪਾਣੀ ਵੀ ਮਿੱਠਾ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ਰ ਦਾ ਨਾਮ ਸਾਡੇ ਵਿੱਚ ਵਸ ਗਿਆ, ਅਸੀਂ ਨਾਮ ਦੇ ਵਿੱਚ ਵਸ ਗਏ। ਚੱਤੋ ਪਹਿਰ ਜਦੋਂ ਤੂੰ ਕਰਨ ਲੱਗੇ, ਤੂੰ ਕਰਤਾ ਤੂੰ ਭਇਆ ਮੁਝ ਮੈਂ ਰਹਾ ਨਾ ਹੂੰ। ਕਬੀਰ ਸਾਹਿਬ ਕਹਿੰਦੇ ਹੁਣ ਮੈਨੂੰ ਕੋਈ ਕਬੀਰ ਕਹਿ ਕੇ ਬੁਲਾਵੇ ਤੇ ਮੈਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਹੁਣ ਇਹਦੇ ਵਿੱਚ ਉਹੀ ਬੋਲਣ ਲੱਗ ਪਿਆ, ਤੂੰ ਕਰਤਾ ਤੂੰ ਹੋਆ। ਤੂੰ ਕਰਦਿਆਂ ਉਹਦਾ ਨਾਮ ਜਪਦਿਆਂ ਉਹਦਾ ਹੀ ਰੂਪ ਹੋ ਜਾਂਦੇ ਹਨ। ਉਹ ਭਗਤ ਕਬੀਰ ਸਾਹਿਬ ਵਰਗੇ ਜਿਵੇਂ ਹੋਵੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਨਾਮ ਤੇ ਹੰਕਾਰ ਦੋਨੇ ਇੱਕ ਦੂਜੇ ਦੇ ਦੁਸ਼ਮਣ ਹੈ, ਇਹ ਦੋਨੇ ਇਕੱਠੇ ਨਹੀਂ ਰਹਿ ਸਕਦੇ। ਜਦੋਂ ਗੁਰੂ ਨੇ ਸਾਡੇ ਅੰਦਰ ਹੰਕਾਰ ਭਜਾਉਣ ਵਾਸਤੇ ਨਾਮ ਦਾ ਵਾਸਾ ਕਰਤਾ, ਫਿਰ ਜਮਦੂਤ ਮੋਏ ਵੇਖਾਏ, ਫਿਰ ਜਮਦੂਤਾਂ ਨੂੰ ਭੱਜਣਾ ਪੈਣਾ। ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ, ਗੁਰੂ ਅੱਗੇ ਸਿੱਖਾ ਅਰਦਾਸ ਕਰ। ਸਾਜਣ ਦੇ ਮਿਲਾਏ, ਸਾਜਣ ਮਿਲਿਆ ਸੁਖ ਪਾਇਆ। ਜਮਦੂਤ ਮੋਏ ਵਿਖ ਖਾਏ, ਨਾਵੇ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਨਾਮ ਦੇ ਵਿੱਚ ਮੈਂ ਵਸ ਜਾਵਾਂ, ਨਾਮ ਮੇਰੇ ਵਿੱਚ ਵਸ ਜਾਵੇ, ਫਿਰ ਗੱਲ ਬਣ ਜਾਣੀ ਆ। ਵਾਹਿਗੁਰੂ ਗੁਰਮੰਤਰ ਹੈ, ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ ਉਦੋਂ ਫਿਰ ਇਹਦੇ ਅੰਦਰ ਨਾਮ ਦਾ ਵਾਸਾ ਹੁੰਦਾ ਹੈ। ਜਦੋਂ ਨਾਮ ਵਸ ਗਿਆ, ਉੱਠ ਵੰਝੋ ਕਿਲ ਵਿਖੋ, ਕਰਤਾ ਘਰੇ ਆਇਆ। ਜਮਦੂਤ ਮਰ ਗਏ। ਕਿਹੜੇ ਜਮਦੂਤ ਸੀ? ਵਿਕਾਰ, ਜਿਹੜੇ ਸਾਨੂੰ, ਸਾਡੀ ਆਤਮਾ ਨੂੰ, ਸਾਡੇ ਸਰੀਰ ਨੂੰ
ਤਾੜਨਾ ਕਰਦੇ ਆ, ਦੁੱਖ ਦਿੰਦੇ ਆ। ਜਦ ਅੰਦਰ ਵਿਕਾਰ ਪੈਦਾ ਹੁੰਦੇ ਆ ਤੇ ਸਾਡਾ ਸਰੀਰ ਦੁਖੀ ਵੀ ਹੁੰਦਾ, ਜਿਸ ਦੇ ਕਾਰਨ ਅਸੀਂ ਕਿਸੇ ਦੂਜੇ ਨੂੰ ਵੀ ਦੁੱਖ ਦਿੰਦੇ ਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਬਾਝੋ ਗੁਰੂ ਗਵਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ। ਅਸਲ ਦੇ ਵਿੱਚ ਗੁਰੂ ਤੋਂ ਬਗੈਰ ਹੀ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ। ਜਿੰਨਾ ਚਿਰ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਸਮਝਦਾ ਨਹੀਂ ਗੱਲ ਨੂੰ, ਉਹਨਾਂ ਚਿਰ ਇਹਨੂੰ ਸੋਝੀ ਨਹੀਂ ਆਉਂਦੀ। ਅਗਿਆਨਤਾ ਵਿੱਚ ਹੀ ਸਾਨੂੰ ਦੁੱਖ ਹੈ। ਬਾਝ ਗੁਰੂ ਗਵਾਰ ਹੈ, ਗੁਰੂ ਭਾਵ ਗਿਆਨ, ਕਿਉਂਕਿ ਗੁਰੂ ਨੇ ਗਿਆਨ ਦੇ ਕੇ ਹਨੇਰਾ ਚੱਕਣਾ ਤੇ ਅਸੀਂ ਫਿਰ ਗੁਰੂ ਦਾ ਦਿੱਤਾ ਹੋਇਆ ਗਿਆਨ ਵਰਤਣਾ, ਨਾ ਕਿ ਗੁਰੂ ਦੀ ਮੂਰਤੀ ਦੀ ਪੂਜਾ ਕਰਨੀ ਹੈ। 10ਵੇਂ ਪਾਤਸ਼ਾਹ ਜੀ ਵੀ ਕਹਿੰਦੇ ਆ ਨਾ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨ ਰੰਚਕ ਮਾਨ। ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਮੂਰਤੀ ਪੂਜਾ ਨਾਲ ਨਹੀਂ ਜੋੜਿਆ ਸਾਨੂੰ ਜੋੜਿਆ ਗਿਆਨ ਦੇ ਸ਼ਬਦਾਂ ਨਾਲ, ਕਿਉਂਕਿ ਗਿਆਨ ਹੀ ਕੰਮ ਦੇਣ ਵਾਲਾ ਹੈ ਸਾਨੂੰ ਹਰ ਥਾਂ ਤੇ, ਲੋਕ ਪਰਲੋਕ ਵਿੱਚ। ਬਚਪਨ 'ਚ ਮਾਂ ਨੇ ਗਿਆਨ ਦਿੱਤਾ, ਪਿਓ ਨੇ ਗਿਆਨ ਦਿੱਤਾ, ਫਿਰ ਮਾਸਟਰ ਮਿਲੇ, ਅਧਿਆਪਕ ਮਿਲੇ, ਵਰਕਸ਼ਾਪਾਂ ਦੇ ਮਿਸਤਰੀ ਮਿਲੇ। ਜੋ ਵੀ ਗਿਆਨ ਅਸੀਂ ਪ੍ਰਾਪਤ ਕਰਨਾ ਸੀ ਉੱਥੇ ਪਹੁੰਚੇ ਤੇ ਪ੍ਰਾਪਤ ਕੀਤਾ। ਉਸ ਗਿਆਨ ਦੇ ਨਾਲ ਅਸੀਂ ਜ਼ਿੰਦਗੀ ਜਿਹੜੀ ਹੈ ਇਹ ਗੱਡੀ ਚਲਾ ਲਈ, ਜ਼ਿੰਦਗੀ ਦੀ ਸੌਖਾ ਪ੍ਰਸ਼ਾਦਾ ਕਮਾਉਣ ਜੋਗੇ ਹੋ ਗਏ, ਰੋਟੀ ਕਮਾਉਣ ਜੋਗੇ ਹੋ ਗਏ ਉਸ ਗਿਆਨ ਦੇ ਨਾਲ ਅਸੀਂ। ਪਰ ਹੁਣ ਅਗਲਾ ਗਿਆਨ ਹੈ ਸਤਿਗੁਰੂ ਦਾ ਗਿਆਨ, ਜਿਹੜਾ ਸਾਡਾ ਹੋਰ ਵੀ ਜੀਵਨ ਨੂੰ ਆਨੰਦਮਈ ਬਣਾਉਂਦਾ ਹੈ। ਰੋਟੀ ਤਾਂ ਵੱਡੇ ਵੱਡੇ ਅਮੀਰ ਵੀ ਕਮਾ ਰਹੇ ਨੇ, ਪਰ ਹਜੇ ਵੀ ਦੁਖੀ ਆ, ਕਿਉਂਕਿ ਉਹਨਾਂ ਨੂੰ ਉਹਦੇ ਉੱਤੇ ਸਬਰ ਸੰਤੋਖ ਨਹੀਂ ਹੈ। ਉਹ ਕਹਿੰਦੇ ਹਜੇ ਹੋਰ ਥੋੜ੍ਹਾ ਹੈ, ਹੋਰ ਸਾਰਾ ਜਿਹੜਾ ਭਾਰਤ ਦੇਸ਼ ਹੈ, ਸਾਰੇ ਦੇਸ਼ ਹੈ ਸਾਡੇ ਕਬਜ਼ੇ ਵਿੱਚ ਹੋਣ, ਬਸ ਜੋ ਕੁਝ ਹੋਵੇ ਸਾਡਾ ਹੀ ਹੋਵੇ, ਹੋਰ ਕੋਈ ਹੋਵੇ ਹੀ ਨਾ ਇੱਥੇ। ਇਸ ਕਰਕੇ ਉਹ ਦੁਖੀ ਦਾ ਆਪ ਦੁਖੀ ਹੈ, ਲੋਕਾਂ ਨੂੰ ਵੀ ਦੁਖੀ ਕਰ ਰਹੇ ਨੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜਿੰਨਾ ਚਿਰ ਮਨੁੱਖ ਨੂੰ ਸੱਚ ਦਾ ਗਿਆਨ ਨਹੀਂ ਹੁੰਦਾ ਗਾ, ਝੂਠ ਦਾ ਗਿਆਨ ਤਾਂ ਅਸੀਂ ਲੈ ਲਿਆ, ਸੰਸਾਰ ਦਾ ਗਿਆਨ ਲੈ ਲਿਆ, ਮਾਇਆ ਦਾ ਗਿਆਨ ਲੈ ਲਿਆ, ਮਾਇਆ ਕਿਵੇਂ ਆਊਗੀ ਇਹ ਗਿਆਨ ਲੈ ਲਿਆ, ਪਰ ਹੁਣ ਇਸ ਮਾਇਆ ਦੇ ਵਿੱਚੋਂ ਨਿਕਲਣਾ ਕਿਵੇਂ ਆ, ਇਹ ਗਿਆਨ ਸਾਨੂੰ ਸਤਿਗੁਰ ਨੇ ਦੇਣਾ। ਇਹਦੇ ਵਿੱਚੇ ਰਹਿੰਦਿਆਂ ਹੋਇਆ ਸੁਖੀ ਕਿਵੇਂ ਰਹਿਣਾ। ਇੱਕ ਉਹ ਵੀ ਮਨੁੱਖ ਹੈ ਜਿਹੜਾ ਦਿਹਾੜੀ ਕਰਦਾ, ਮਜ਼ਦੂਰੀ ਕਰਦਾ ਹੈ, 200-400 ਲੈ ਕੇ ਆਉਂਦਾ, ਰੋਟੀ ਖਾ ਕੇ ਸਾਰਾ ਟੱਬਰ ਆਰਾਮ ਨਾਲ ਸੌਂ ਜਾਂਦਾ ਹੈ। ਤੇ ਇੱਕ ਉਹ ਜਿਹੜੇ ਅੱਜ ਭਾਰਤ ਦੀ ਹਾਲਤ ਬਣਾਈ ਹੋਈ ਆ, ਜਿਨ੍ਹਾਂ ਨੇ ਅੰਬਾਨੀ ਅਡਾਨੀ ਵਰਗੇ ਤੇ ਫਿਰ ਉਹਨਾਂ ਨਾਲ ਰਲੀਆਂ ਸਰਕਾਰਾਂ ਜਿਹੜੀਆਂ ਹਨ, ਮੋਦੀ ਵਰਗੇ, ਇਹ ਸਾਰੇ ਗੁਰੂ ਪਿਆਰੋ ਕਿਉਂ ਦੁਖੀ ਹੈ ਤੇ ਕਿਉਂ ਜਨਤਾ ਦੁਖੀ ਹੈ? ਇਹ ਸਾਰੀ ਚੀਜ਼ ਨੂੰ ਜੱਫਾ ਮਾਰ ਕੇ ਆਪਦੀ ਬਣਾਉਣਾ ਚਾਹੁੰਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਨਾਲ ਸਾਡੇ ਕੋਲ ਜਾਣਾ ਨਹੀਂ, ਤੇ ਜੋ ਅਸੀਂ ਕਰ ਰਹੇ ਹਾਂ ਉਹ ਗਲਤ ਹੈ। ਕਹੋ ਸਤਿਨਾਮ ਸ੍ਰੀ। ਇਹ ਗਿਆਨ ਗੁਰੂ ਤੋਂ ਮਿਲਦਾ। ਸੰਸਾਰ ਦਾ ਗਿਆਨ ਤਾਂ ਅਸੀਂ ਲੈ ਲਿਆ ਸੰਸਾਰ ਚੋਂ, ਪਰ ਗੁਰੂ ਨੇ ਸਾਨੂੰ ਹੁਣ ਅਗਲਾ ਗਿਆਨ ਦੇਣਾ ਹੈ। ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਮਨੁੱਖ ਨੂੰ ਆਉਂਦਾ, ਉਹਨਾਂ ਚਿਰ ਮਨੁੱਖ ਬਾਹਰੀ ਤੌਰ ਤੇ ਭਾਵੇਂ ਕਿੰਨਾ ਵੀ ਸਿਆਣਾ ਹੋ ਜਾਵੇ, ਸਹਿਸ ਸਿਆਣਪਾਂ ਲੱਖ ਹੋਵੇ, ਤਾਂ ਇੱਕ ਨਾ ਚੱਲੇ ਨਾਲ। ਬਾਝੋ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਏ। ਜਿੰਨਾ ਚਿਰ ਗੁਰੂ ਨਹੀਂ ਸਮਝਾਉਂਦਾ, ਉਹਨਾਂ ਚਿਰ ਕਿੱਥੇ ਸਮਝ ਆਉਂਦੀ ਹੈ ਇਹਨਾਂ ਲੋਕਾਂ ਨੂੰ। ਜਿਸ ਤਰ੍ਹਾਂ ਕਾਰੂ ਨੇ ਗੁਰੂ ਪਿਆਰਿਓ ਆਪਣੇ ਸਮੇਂ ਦੇ ਵਿੱਚ, ਜਿਹੜਾ ਇਹਦਾ ਵੱਡਾ ਹਾਰੂ ਹੋਇਆ, ਉਹਨੇ 40 ਗੰਜ ਮਾਇਆ ਜੋੜ ਲਈ। ਉਹ ਮਰ ਗਿਆ, 40 ਗੰਜ ਮਾਇਆ ਛੱਡ ਗਿਆ। ਉਹਦੇ ਅਗਲੇ ਰਾਜੇ ਕਾਰੂ ਕੋਲੇ ਆ ਗਈ, ਉਹਨੇ ਸੰਭਾਲ ਲਈ। ਉਸਨੇ ਹੋਰ ਵੀ ਸੰਸਾਰ ਦੀ ਮਾਇਆ ਇਕੱਤਰ ਕਰਕੇ ਕੱਢ ਕੇ ਗੁਰੂ ਪਿਆਰਿਓ ਲੋਕਾਂ ਦੇ ਘਰਾਂ ਚੋਂ ਇੱਥੋਂ ਤੱਕ ਕਿ ਕਬਰਾਂ ਵੀ ਪਟਾਤੀਆਂ, ਉੱਥੋਂ ਵੀ ਪੈਸੇ ਕੱਢ ਕੇ ਉਹਨੇ 45 ਗੰਜ ਕਰ ਲਈ ਔਰ ਆਪਣੇ ਐਸ਼ੋ ਇਸ਼ਰਤ ਵਿੱਚ ਰਹਿਣ ਲੱਗਿਆ। ਜਨਤਾ ਦਾ ਕੋਈ ਫਿਕਰ ਫਾਕਾ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰੋਮ ਸ਼ਹਿਰ ਵਿੱਚ ਪਹੁੰਚੇ ਤੇ ਰੋਮ ਦੇ ਲੋਕਾਂ ਦਾ ਹਾਲ ਦੇਖ ਕੇ ਸਤਿਗੁਰਾਂ ਨੇ ਉੱਥੋਂ ਦੇ ਰਾਜੇ ਨੂੰ ਮਿਲਣਾ ਚਾਹਿਆ ਕਿ ਰਾਜਾ ਸੀ ਕਾਰੂ। ਤੇ ਪਾਤਸ਼ਾਹ ਕਾਰੂ ਦੇ ਮਹਿਲਾਂ ਕੋਲ ਪਹੁੰਚ ਗਏ, ਉਸਦੇ ਘਰ ਕੋਲ ਪਹੁੰਚ ਗਏ।
ਪਹਿਰੇਦਾਰ ਖੜੇ ਹੈ ਤੇ ਪਹਿਰੇਦਾਰਾਂ ਨੂੰ ਕਿਹਾ ਵੀ ਤੁਹਾਡਾ ਰਾਜਾ ਕਿੱਥੇ ਹੈ? ਕਹਿੰਦੇ ਜੀ ਅੰਦਰ ਹੈ। ਕਹਿੰਦੇ ਬੁਲਾ ਕੇ ਲਿਆਓ। ਕਹਿੰਦੇ ਜੀ ਉਹ ਤਾਂ ਬਾਹਰ ਨਿਕਲਦਾ ਨਹੀਂ, ਐਸ਼ੋ ਇਸ਼ਰਤ ਵਿੱਚ ਫਸਿਆ ਹੋਇਆ, ਉਹ ਤਾਂ ਆਪਣੇ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ, ਉਹ ਨਹੀਂ ਬਾਹਰ ਆਉਂਦਾ, ਉਹ ਕਿਸੇ ਦੀ ਗੱਲ ਨਹੀਂ ਸੁਣਦਾ। ਸਾਡੇ ਦੇਸ਼ ਦਾ ਹਾਲ ਬੜਾ ਮਾੜਾ ਹੈ, ਕਿਸਾਨ ਮਰੀ ਜਾ ਰਹੇ ਹਨ, ਆਤਮ ਹੱਤਿਆ ਕਰੀ ਜਾ ਰਹੀ ਹੈ, ਕਿਸਾਨਾਂ ਦੇ ਬੱਚੇ ਦੂਜੇ ਦੇਸ਼ਾਂ ਨੂੰ ਤੁਰੇ ਜਾ ਰਹੇ ਹੈ, ਧਰਤੀ ਸਾਡੀ ਬੰਜਰ ਹੋ ਗਈ। ਇਹ ਹਾਲ ਤਾਂ ਵੈਸੇ ਬਾਬਾ ਜਾਣਦੇ ਸੀ, ਤਾਈਏ ਪਹੁੰਚੇ, ਪਰ ਉਹਨਾਂ ਨੇ ਵੀ ਦੱਸਿਆ ਤੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਉਹਨੂੰ ਕਹੋ ਇੱਕ ਫਕੀਰ ਮਿਲਣ ਆਇਆ ਤੇ ਇੱਥੋਂ ਮੰਗਦਾ ਕੁਛ ਨਹੀਂ, ਦੇ ਨਹੀਂ ਆਇਆ, ਕਿਉਂਕਿ ਬੰਦਾ ਲਾਲਚੀ ਸੀ। ਜਾ ਕੇ ਪਹਿਰੇਦਾਰਾਂ ਨੇ ਦੱਸਿਆ ਅੰਦਰ ਜਾ ਕੇ ਵੀ ਕੋਈ ਮਿਲਣ ਆਇਆ, ਤੁਹਾਨੂੰ ਸਾਧੂ ਉਹ ਮਿਲਣਾ ਚਾਹੁੰਦਾ ਹੈ। ਪਹਿਲਾਂ ਤਾਂ ਨਾ ਆਇਆ, ਜਦ ਦੱਸਿਆ ਵੀ ਤੁਹਾਨੂੰ ਕੁਝ ਦੇਣ ਆਇਆ ਹੈ, ਕਹਿੰਦੇ ਅੱਛਾ। ਫਿਰ ਉਹ ਕਾਰੂ ਬਾਹਰ ਆਇਆ। ਜਦ ਬਾਹਰ ਆ ਕੇ ਦੇਖਦਾ ਤੇ ਉਹ ਧੰਨ ਗੁਰੂ ਨਾਨਕ ਦੇਵ ਜੀ ਥੋੜ੍ਹੀ ਦੂਰ 'ਤੇ ਇੱਕ ਟਿੱਬਾ ਜਿਹਾ, ਉਹਦੇ ਉੱਤੇ ਗੁਰੂ ਪਿਆਰਿਓ ਕੁਝ ਠੀਕਰੀਆਂ ਪਈਆਂ ਤੇ ਉੱਥੇ ਆਪਣਾ ਪਰਨਾ ਵਿਛਾ ਕੇ ਠੀਕਰੀਆਂ ਇਕੱਠੀਆਂ ਕਰਨ ਲੱਗੇ। ਔਰ ਠੀਕਰੀਆਂ ਇਕੱਠੀਆਂ ਕਰਦੇ ਹੋਏ ਇਹਨਾਂ ਦੇ ਕੋਲ ਕਾਰੂ ਪਹੁੰਚ ਗਿਆ। ਕਹਿੰਦੇ ਹਾਂ ਦੱਸੋ ਬਾਬਾ ਜੀ ਕੀ ਗੱਲ ਹੈ? ਬਾਬਾ ਜੀ ਹੱਥ ਨਾਲ ਕਹਿੰਦੇ ਠਹਿਰ ਜਾ। 2 ਮਿੰਟ ਰੁਕਿਆ। ਪਾਤਸ਼ਾਹ ਫਟਾਫਟ ਠੀਕਰੀਆਂ ਚੱਕ ਕੇ ਉਹ ਪਰਨੇ 'ਚ ਇਕੱਠੀਆਂ ਕਰੀ ਜਾਂਦੇ ਆ। ਤੇ ਗੁਰੂ ਪਿਆਰਿਓ ਇਹ ਹੁਣ ਅੱਕ ਗਿਆ ਖੜਾ। ਕਹਿੰਦਾ ਦੱਸੋ ਕੀ ਗੱਲ ਹੈ, ਮੈਨੂੰ ਕਿਵੇਂ ਸੱਦਿਆ? ਕਹਿੰਦੇ 2 ਮਿੰਟ ਠਹਿਰ ਜਾ, ਮੈਂ ਇਕੱਠੀਆਂ ਕਰ ਲਾਂ। ਕਹਿੰਦੇ ਕੀ ਕਰੋ ਇਕੱਠੀਆਂ ਕਰਕੇ? ਕਹਿੰਦੇ ਦਰਗਾਹ 'ਚ ਨਾਲ ਲੈ ਕੇ ਜਾਊਂਗਾ ਨਾ। ਤੇ ਕਾਰੂ ਕਹਿਣ ਲੱਗਿਆ ਨਾਲ ਤਾਂ ਕੁਛ ਵੀ ਨਹੀਂ ਜਾਂਦਾ ਬੰਦੇ ਦੇ। ਤੇ ਪਾਤਸ਼ਾਹ ਭੋਲੇ ਜਿਹੇ ਬਣ ਕੇ ਕਹਿੰਦੇ ਫਿਰ ਜਿਹੜਾ ਤੂੰ 45 ਗੰਜ ਮਾਇਆ ਜੋੜੀ ਉਹਦਾ ਹੀ ਕਰੇਗਾ, ਨਾਲ ਲੈ ਜਾਏਗਾ? ਉਹਦਾ ਦਿਮਾਗ ਘੁੰਮਿਆ। ਕਹਿੰਦਾ ਜੀ ਫਿਰ ਮੈਂ ਕੀ ਕਰਾਂ? ਨਾਲ ਤਾਂ ਕਿਸੇ ਦੀ ਨਹੀਂ ਜਾਂਦੀ, ਇਹ ਮਾਤ ਲੋਕ ਦੀ ਮਾਇਆ ਇੱਥੇ ਹੀ ਰਹਿਣੀ ਹੈ। ਫਿਰ ਮਹਾਰਾਜ ਕਹਿੰਦੇ ਪਰ ਤੂੰ ਆਪਣੇ ਆਪ ਨੂੰ ਰਾਜਾ ਕਹਾਉਣਾ ਹੈ, ਰਾਜ ਕਰਦਾ ਕਿਹਦੇ 'ਤੇ ਹੈ? ਤੇਰੇ ਜ਼ਮੀਨ ਬੰਜਰ ਹੋ ਗਈ ਹੈ, ਕਿਉਂਕਿ ਹੁਣ ਕਿਸਾਨਾਂ ਜਿਹੜੇ ਖਤਮ ਹੁੰਦੇ ਜਾ ਰਹੇ ਹਨ, ਕਿਸਾਨੀ ਖਤਮ ਹੋ ਗਈ ਹੈ ਤੇਰੀ। ਕਿਸਾਨਾਂ ਦੇ ਬੱਚੇ ਦੂਜੇ ਦੇਸ਼ਾਂ ਨੂੰ ਜਾ ਕੇ ਉਹਨਾਂ ਦੀਆਂ ਜ਼ਮੀਨਾਂ ਤਕੜੀਆਂ ਕਰ ਰਹੇ ਹੈ। ਕਿਸਾਨ ਤੇਰੇ ਇਲਾਕੇ ਦੇ ਮਰਦੇ ਜਾ ਰਹੇ ਆ, ਤੂੰ ਰਾਜ ਕਰੇਗਾ ਕਿਹਦੇ ਉੱਤੇ? ਕੀ ਬਿਲਡਿੰਗਾਂ 'ਤੇ ਰਾਜ ਕਰੇਗਾ ਜਦ ਇੱਥੇ ਬੰਦਾ ਹੀ ਨਾ ਬਚਿਆ ਕੋਈ? ਫੇਰ ਕੀ ਕਰਾਂ? ਕਹਿੰਦੇ ਜਿਹੜੀ ਮਾਇਆ ਤੂੰ ਅੰਦਰ ਇਕੱਠੀ ਕਰੀ ਬੈਠਾ ਹੈ ਸਾਰੀ ਜਨਤਾ 'ਚ ਵੰਡ। ਇਹ ਮਾਇਆ ਜਨਤਾ ਵਿੱਚ ਚੱਲੂਗੀ ਤਾਂ ਜਨਤਾ ਸੁਖੀ ਵਸੂਗੀ। ਤਾਂ ਕਾਰੂ ਨੂੰ ਗਿਆਨ ਹੋਇਆ ਸੀ ਤੇ ਉਹਨੇ 45 ਗੰਜ ਮਾਇਆ ਜਿਹੜੀ ਦੁਬਾਰਾ ਫਿਰ ਸੰਸਾਰ ਵਿੱਚ ਵੰਡ ਦਿੱਤੀ, ਆਪਣੇ ਭੰਡਾਰੇ ਖੋਲ੍ਹ ਦਿੱਤੇ, ਖਜ਼ਾਨੇ ਖੋਲ੍ਹ ਦਿੱਤੇ। ਇਸ ਕਰਕੇ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਮਿਲਦਾ ਬੰਦੇ ਨੂੰ, ਓਨਾ ਚਿਰ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ। ਉਹਦੀਆਂ ਸਿਆਣਪਾਂ ਕੰਮ ਨਹੀਂ ਆਉਂਦੀਆਂ। ਬਾਝੋਂ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਜਿੰਨਾ ਚਿਰ ਮਨੁੱਖ ਨੂੰ ਗਿਆਨ ਨਹੀਂ ਆਉਂਦਾ, ਸੋਝੀ ਨਹੀਂ ਆਉਂਦੀ, ਮੌਤ ਯਾਦ ਨਹੀਂ ਆਉਂਦੀ, ਰੱਬ ਯਾਦ ਨਹੀਂ ਆਉਂਦਾ, ਉਹਨਾਂ ਚਿਰ ਇਹਨੂੰ ਅਕਲ ਨਹੀਂ ਆਉਂਦੀ। ਗੁਰਮਤੀ ਪਰਗਾਸ ਹੋਏ, ਜੇ ਗੁਰੂ ਦੀ ਮੱਤ ਨੂੰ ਸੁਣੇ, ਗੁਰੂ ਦੇ ਗਿਆਨ ਨੂੰ ਸੁਣੇ। ਗੁਰਬਾਣੀ ਜਿਹੜੀ ਹੈ, ਗੁਰੂ ਦਾ ਗਿਆਨ ਸਾਡੇ ਸਭ ਦੇ ਮਾਰਗਦਰਸ਼ਨ ਕਰਨ ਵਾਸਤੇ ਹੈ। ਇਹ ਆਲ ਵੜ ਦਾ ਭਲਾ ਕਰਨ ਵਾਸਤੇ ਬਾਣੀ ਆਈ ਹੈ, ਧੁਰਕੀ ਬਾਣੀ ਆਈ ਹੈ, ਪਰਮੇਸ਼ਰ ਦੀ ਬਾਣੀ ਹੈ ਤੇ ਪਰਮੇਸ਼ਰ ਦੇ ਜੀਵਾਂ ਵਾਸਤੇ ਹੈ, ਸਾਰੇ ਸੰਸਾਰ ਵਾਸਤੇ ਇਹ ਬਾਣੀ ਹੈ। ਪਰ ਕੋਈ ਇਸ ਬਾਣੀ ਨੂੰ ਸੁਣੇ ਤੇ ਸਮਝੇ ਤਾਂ ਸਹੀ। ਬਾਝੋਂ ਗੁਰੂ ਗੁਬਾਰ ਹੈ, ਬਿਨ ਸ਼ਬਦੈ ਬੂਝ ਨਾ ਪਾਏ। ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਲਿਵ ਲਾਏ। ਗੁਰੂ ਦੀ ਮੱਤ ਲੈ ਕੇ ਇਸ ਮਨੁੱਖ ਨੂੰ ਪ੍ਰਗਾਸ਼ ਭਾਵ ਗਿਆਨ ਹੋਵੇ, ਫਿਰ ਇਹ ਸੱਚ ਨਾਲ ਜੁੜੇ ਤੇ ਝੂਠ ਤੋਂ ਉੱਚਾ ਉੱਠੇ। ਹੁਣ ਇਹ ਮਨੁੱਖ ਝੂਠ ਨਾਲ ਜੁੜ ਕੇ ਸਮਝਦਾ ਕਿ ਮੈਂ ਤਾਂ ਮਰਦਾ ਹੀ ਨਹੀਂ ਔਰ ਇਹ ਸਾਰਾ ਸਮਾਨ ਮੇਰਾ ਹੋ ਜਾਵੇ, ਪਰ ਇੱਦਾਂ ਹਜੇ ਤੱਕ ਕਿਸੇ ਦਾ ਹੋਇਆ ਨਹੀਂ। ਜਦ ਬੰਦਾ ਆਉਂਦਾ ਤੇ ਮੁੱਠੀਆਂ ਬੰਦ ਹੁੰਦੀਆਂ, ਜਦੋਂ ਜਾਂਦਾ ਤੇ ਮੁੱਠੀਆਂ ਵੀ ਖੁੱਲੀਆਂ ਹੁੰਦੀਆਂ, ਤੇ ਬਾਕੀ ਜੇਬਾਂ 'ਚ ਤਾਂ ਕੁਛ ਹੁੰਦਾ ਹੀ ਨਹੀਂ। ਕਹੋ ਸਤਨਾਮ ਸੀ। ਤੇ ਸਰੀਰ ਦੇ ਕੋਈ ਜੇਬ ਨਹੀਂ ਲੱਗੀ, ਸਰੀਰ ਵੀ ਅੱਗ ਵਿੱਚ ਸੜ ਜਾਂਦਾ ਹੈ, ਉਹ ਵੀ ਨਾਲ ਨਹੀਂ ਜਾਂਦਾਗਾ। ਫਿਰ ਦੱਸੋ ਇਹ ਜੀਵ ਕੀ ਲੈ ਕੇ ਗਿਆ ਸੰਸਾਰ 'ਚੋਂ? ਲਾਹਨਤਾਂ ਦੀ ਖੱਟੀ ਖੱਟ ਕੇ ਜਾਂਦਾ। ਜੋ ਫਟਕਾਰਾਂ ਪੈਂਦੀਆਂ, ਲਾਹਨਤਾਂ ਪੈਂਦੀਆਂ, ਇਹਨਾਂ ਦਾ ਸਦਕਾ ਫਿਰ ਕੀਤੇ ਹੋਏ ਕਰਮਾਂ ਦਾ ਫਲ ਅੱਗੇ ਨਰਕਾਂ ਦੇ ਵਿੱਚ ਜਾ ਕੇ ਭੋਗਦਾ ਹੈ। ਟੇਢੀਆਂ ਜੂਨਾਂ ਵਿੱਚ ਬਲਦ ਬਣ ਕੇ
ਗਧੇ ਬਣ ਕੇ, ਘੋੜੇ ਬਣ ਕੇ ਭਾਰ ਢੋਂਦਾ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ। ਜਦੋਂ ਗੁਰੂ ਪਿਆਰਿਓ ਮਨੁੱਖ ਨੂੰ ਇਹ ਗਿਆਨ ਆਉਂਦਾ ਹੈ, ਫੇਰ ਹੀ ਮਨੁੱਖ ਇਸ ਪਾਸੇ ਚੱਲਦਾ ਹੈ। ਗੁਰਮਤੀ ਪ੍ਰਗਾਸ ਹੋਏ, ਸੱਚ ਰਹਿ ਨਿਵਲਾਏ, ਤਿੱਥੈ ਕਾਲ ਨ ਸੰਚਰੈ, ਜੋਤੀ ਜੋਤ ਸਮਾਏ। ਸਿੱਖ ਨੇ ਪੁੱਛਿਆ ਸੀ, ਮਹਾਰਾਜ ਇਹ ਕਾਲ ਕਿਵੇਂ ਪੈਂਦਾ ਬੰਦੇ ਨੂੰ? ਤੇ ਪਾਤਸ਼ਾਹ ਨੇ ਸ਼ਬਦ ਸ਼ੁਰੂ ਕੀਤਾ ਸੀਗਾ, ਆ ਜਿਵੇਂ ਮੱਛੀ ਨੂੰ ਪੈ ਗਿਆ। ਆ ਦੇਖ ਤੇਰੇ ਸਾਹਮਣੇ ਰਾਵੀ ਦੇ ਕਿਨਾਰੇ ਬਾਬਾ ਨਾਨਕ ਜੀ ਬੈਠੇ ਆ। ਪੁੱਛਣ ਵਾਲੇ ਸਿੱਖ ਨੇ ਆ ਕੇ ਪ੍ਰਸ਼ਨ ਕੀਤਾ ਤੇ ਕੁਦਰਤੀ ਉੱਥੇ ਇੱਕ ਸ਼ਿਕਾਰੀ ਜਾਲ ਸਿੱਟ ਕੇ ਮੱਛੀਆਂ ਫੜ ਰਿਹਾ ਸੀ। ਤੇ ਕਾਫੀ ਸਮੇਂ ਬਾਅਦ ਉਹਦੇ ਵਿੱਚ ਇੱਕ ਬਹੁਤ ਸਾਰੀ ਵੱਡੀ ਮੱਛੀ ਫਸ ਗਈ। ਉਹਨੇ ਜਾਲ ਬਾਹਰ ਖਿੱਚਿਆ ਤੇ ਸਿੱਖ ਨੂੰ ਕਹਿੰਦੇ ਆ ਤੇਰਾ ਜਵਾਬ ਪਿਆ, ਜੇ ਮੱਛੀ ਇੱਕ ਥਾਂ ਤੇ ਬੈਠੀ ਰਹਿੰਦੀ ਤਾਂ ਇਹ ਕਦੇ ਜਾਲ 'ਚ ਨਾ ਫਸਦੀ। ਬਸ ਮਨੁੱਖ ਦੀ ਭਟਕਣਾ ਹੀ ਮਨੁੱਖ ਨੂੰ ਫਸਾਉਂਦੀ ਹੈ। ਮੱਛੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ। ਜੇ ਮੱਛੀ ਸਾਗਰ 'ਚ ਹੁੰਦੀ ਤੇ ਉੱਥੋਂ ਇਹਨੂੰ ਕੋਈ ਫੜ ਨਾ ਸਕਦਾ। ਇਹ ਮੱਛੀ ਸਾਗਰ ਨੂੰ ਖਾਰਾ ਜਾਣ ਕੇ, ਸਮੁੰਦਰ ਨੂੰ ਖਾਰਾ ਜਾਣ ਕੇ ਨਦੀਆਂ ਵਿੱਚ ਆ ਗਈ, ਟੋਇਆਂ ਟਿੱਬਿਆਂ ਵਿੱਚ, ਛੋਟੇ ਛੋਟੇ ਟੋਭਿਆਂ ਵਿੱਚ ਆ ਗਈ, ਇੱਥੋਂ ਫੜੀ ਗਈ। ਤੇ ਮਨੁੱਖ ਵੀ ਪਰਮੇਸ਼ਰ ਨੂੰ ਛੱਡ ਕੇ ਨਿੱਕੇ ਨਿੱਕੇ ਨਦੀਆਂ ਟੋਭਿਆਂ ਨਾਲਿਆਂ ਵਿੱਚ ਤੁਰਿਆ ਫਿਰਦਾ। ਭਾਵ ਪਰਮੇਸ਼ਰ ਨੂੰ ਛੱਡ ਕੇ ਮਾਇਆ ਦੀ ਖਾਤਰ ਥਾਂ ਥਾਂ ਤੇ ਭਟਕਦਾ ਫਿਰਦਾ ਹੈ। ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਸ਼ਾਇਦ ਇਹ ਮੈਨੂੰ ਮਾਇਆ ਦੇ ਦੇਣਗੇ। ਪਰਮੇਸ਼ਰ ਨਾਲ ਨਹੀਂ ਜੁੜਦਾਗਾ। ਉਹਨੂੰ ਖਾਰਾ ਜਾਣ ਕੇ, ਔਖਾ ਜਾਣ ਕੇ ਛੱਡ ਕੇ ਆ ਗਿਆ। ਜਿਸ ਤਰ੍ਹਾਂ ਦੁਨੀ ਚੰਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਚਲੇ ਆ ਗਿਆ ਵੀ ਮੈਂ ਤਾਂ ਮਰ ਜਾਊਂ ਹਾਥੀ ਥੱਲੇ ਆ ਕੇ। ਕੁਝ ਸਾਥੀਆਂ ਨੂੰ ਵੀ ਲੈ ਗਿਆ, ਪਰ ਗੁਰੂ ਸਾਹਿਬ ਕਹਿੰਦੇ ਉੱਥੇ ਜਾ ਕਿਹੜਾ ਫਿਰ ਬਚ ਜਾਊਗਾ, ਉੱਥੇ ਵੀ ਤਾਂ ਮੌਤ ਹੈਗੀ ਆ, ਉੱਥੇ ਕਿਹੜਾ ਮੌਤ ਹੈ ਨਹੀਂ। ਮੌਤ ਤਾਂ ਕਿਤੇ ਵੀ ਆ ਸਕਦੀ ਆ। ਖੈਰ, ਬੰਦਾ ਸੱਚ ਦੇ ਰਾਹ ਤੇ ਚੱਲੇ ਤੇ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਦਾ ਹੈ। ਤਿੱਥੈ ਕਾਲ ਨ ਸੰਚਰੈ, ਜੋਤੀ ਜੋਤ ਸਮਾਏ। ਜੇ ਗੁਰੂ ਦੀ ਮੱਤ ਲੈ ਕੇ ਜੀਵਨ ਬਤੀਤ ਕਰੇ ਤਾਂ ਫਿਰ ਉੱਥੇ ਕਾਲ ਨਹੀਂ ਪੈਂਦਾ, ਮੌਤ ਨਹੀਂ ਪੈਂਦੀ। ਹੁਣ ਤੁਸੀਂ ਕਹੋਗੇ ਮਰੀ ਤਾਂ ਸਾਰੇ ਜਾਂਦੇ ਆ, ਸਰੀਰ ਤਾਂ ਉਹਨਾਂ ਸਿੰਘਾਂ ਦੇ ਗੁਰੂ ਸਾਹਿਬਾਂ ਨੇ ਵੀ ਛੱਡੇ ਆ, ਫੇਰ ਮੌਤ ਕਿਹੜੀ? ਮਤਲਬ ਕਿ ਬਾਰ-ਬਾਰ ਜੰਮਣਾ ਮਰਨਾ ਜਿਹੜਾ ਹੈ ਇਹ ਫਿਰ ਉਹ ਜੀਵ ਨੂੰ ਨਹੀਂ ਪੈਂਦਾ, ਉਹ ਪਰਮੇਸ਼ਰ ਵਿੱਚ ਮਿਲ ਕੇ ਉਹਦਾ ਰੂਪ ਹੋ ਜਾਂਦਾ ਹੈ। ਜਦ ਸਿੱਖ ਨੂੰ ਸਮਝ ਆਈ, ਗੁਰੂ ਨੂੰ ਮਿਲਿਆ ਤੇ ਉਸਨੇ ਧਿਆਨ ਲਾ ਕੇ ਜਦ ਆਰਾਧਨਾ ਕੀਤੀ ਤਾਂ ਉਹਨੇ ਕੀ ਵੇਖਿਆ? ਸਿੱਖ ਨੇ ਉਹ ਯਾਰ ਗੁਰੂ ਹੀ ਤਾਂ ਪਰਮੇਸ਼ਰ ਹੈ। ਅਗਲੀ ਪੰਕਤੀ ਵਿੱਚ ਲਿਖਦੇ ਹਨ, ਤੂੰ ਹੈ ਸਾਜਣ ਤੂੰ ਸਜਾਨ, ਤੂੰ ਆਪੇ ਮੇਲਣਹਾਰ। ਤਾਂ ਗੁਰੂ ਹੀ ਸਮਝਾਉਣ ਵਾਲਾ ਤੇ ਗੁਰੂ ਨੂੰ ਹੀ ਮਿਲਣਾ। ਜਿਵੇਂ ਸਾਈਂ ਮੀਆਂ ਮੀਰ ਸ਼ਾਹਜਹਾਂ ਨੂੰ ਕਹਿੰਦਾ ਕਿ ਤੂੰ ਮੈਨੂੰ ਕਹਿਣਾ ਕਿ ਸਿੱਖਾਂ ਦੇ ਗੁਰੂ ਨੂੰ ਆਪਣੇ ਆਸਣ ਤੇ ਕਿਉਂ ਬਿਠਾਇਆ? ਸੁਣ ਲਾ, ਜਿਹੜਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਹੈ, ਇਹੋ ਹੀ ਸੱਚਖੰਡ ਵਿੱਚ ਪਰਮੇਸ਼ਰ ਹੈ। ਕੱਲ ਨੂੰ ਅਸੀਂ ਇਹਦੇ ਕੋਲ ਜਾਣਾ ਸਰੀਰ ਛੱਡ ਕੇ, ਔਰ ਅਸੀਂ ਜਾਂ ਸਜਦੇ ਵੀ ਜਾਂਦੇ ਹਾਂ, ਭਾਵ ਸਿਮਰਨ ਵਿੱਚ ਬੈਠਦੇ ਹਾਂ, ਤੇ ਸਾਨੂੰ ਇਹੀ ਹਰਗੋਬਿੰਦ ਸਾਹਿਬ ਦਾ ਰੂਪ ਅੱਲਾ ਦੇ ਥਾਂ ਤੇ ਦਿਖਾਈ ਦਿੰਦਾ। ਫਿਰ ਕਿਉਂ ਨਾ ਸਤਿਕਾਰ ਦਈਏ? ਜਦੋਂ ਗੁਰੂ ਨੇ ਗਿਆਨ ਦਿੱਤਾ ਤੇ ਸਿੱਖ ਨੇ ਵੇਖਿਆ ਗੁਰੂ ਹੀ ਪਰਮੇਸ਼ਰ ਹੈ ਅਸਲ ਦੇ ਵਿੱਚ। ਸਿੱਖ ਕਹਿੰਦਾ ਗੁਰੂ ਨੂੰ, ਤੂੰ ਹੈ ਸਾਜਣ ਤੂੰ ਸਜਾਨ, ਤੂੰ ਆਪੇ ਮੇਲਣਹਾਰ। ਗੁਰ ਸ਼ਬਦੀ ਸਲਾਹੀ ਹੈ, ਅੰਤ ਨਾ ਪਾਰਾਵਾਰ। ਦੂਜੀ ਗੱਲ, ਗੁਰੂ ਵੀ ਸਿੱਖ ਨੂੰ ਕਹਿੰਦਾ ਕਿ ਤੇਰੇ ਵਿੱਚ ਹੀ ਸਾਰਾ ਕੁਝ ਹੈ। ਤੂੰ ਹੀ ਸੱਜਣ ਹੈ, ਤੂੰ ਹੀ ਸਵੈ ਨੂੰ ਜਾਣਨ ਵਾਲਾ ਹੈ, ਤੂੰ ਹੀ ਆਪਣੇ ਆਪ ਨੂੰ ਉਹਦੇ ਨਾਲ ਮੇਲ। ਇਹ ਮਿਲਣ ਦਾ ਢੰਗ ਜੁਗਤੀ ਗੁਰੂ ਦੱਸ ਦਿੰਦਾ ਹੈ ਵੀ ਐਦਾਂ ਮਿਲ। ਕਾਹੇ ਰੇ ਬਣ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ। ਤੂੰ ਹੀ ਸੰਗ ਸਮਾਈ, ਉਹ ਤਾਂ ਤੂੰ ਹੀ ਹੈ, ਹੋਰ ਕੋਈ ਹੈ ਨਹੀਂ, ਤੇਰੇ ਵਿੱਚ ਹੀ ਆ। ਇਸੇ ਤਰ੍ਹਾਂ ਹੀ ਇੱਕ ਹੋਰ ਬਚਨ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਮਨੁੱਖ ਨੂੰ ਭਰਮ ਪੈ ਗਿਆ
कि मैं की हाँ, मैनू समझ नहीं आ रही। गुरु ने वो भुलेखा चक दिता। बंदे खोज दिल हर रोज ना फिर परेशानी माहे। बंदा बाहरों रब नूं भालदा है, रब बाहर नहीं, रब हर मनुख दे अंदर है। इस करके पातशाह कहने तू खुद ही तो सज्जन है आपदा। बंदा आपदा सज्जन आप इस तरह होया बई जे मनुख चंगे काम करूगा तो सुख प्राप्त कर लूगा, फिर आपदा मित्र हो गया ना, शरीर नूं दुख नहीं आवेगा। जे माड़े काम करूगा तो फिर शरीर नूं दुख आवेगा, फिर अपने आप दा आप ही दुश्मन हो गया। तू है साजन तू सजान, तू सज्जन है तू सजान है, तू स्वै नूं जान, तू आपे मेलन हार, तू अपने आपे नाल जुड़ना कर। गुर शब्दी सलाहीए आजा, गुरु दे शब्द लैके आपां गुरमत अनुसार उहदी सिफत सलाह करिए, जाणना करिए। अंत न पारावार की दी, जिथे जिसनूं असीं परमेश्वर कहते हैं वो तेरे अंदर ही है। गुरु की मत लैके चलना कर, जिसका अंत नहीं। ते जे तू उसनूं जान लिया, ਉਹਦੇ ਵਿੱਚ मिल गया, तिथै काल न अपड़ै, ਉੱਥੇ मौत नहीं पैंदी। तिथै काल न अपड़ै, जिथे गुर का शब्द अपार, जिथे गुरु के शब्द की महिमा हो गई, जिथे गुरु का शब्द वस गया, ਉੱਥੇ काल नहीं पैंदी। नाम सुनत जम दूरों भागै। तो ये नाम की महिमा है। जे शरीर के अंदर नाम का वासा हो गया, पातशाह जी कहते उत्थे फिर जिहड़ी है मौत नहीं पैंदी। वो जीव नूं बार बार जमना मरना नहीं पैंदा। वो परमेश्वर दे विच समा गया है। जिवें बिल्ली नूं देख के मुर्गी जिहड़ी है अपने खंभ फैला दिंदी है, ते बच्चे मुर्गी की छत्र छाया हेठ आ जाते हैं, वो घुम जाते हैं, लुक जाते हैं। चलो खैर इस संसार की एक उदाहरण है, जिन्हों ने परमेश्वर की छत्र छाया ले ली, गुरु की छत्र छाया में जेड़े आ गए, उन्होंने गुरु इन्हां बार बार पैण वाली मौत तो बचा लेंदा। गुर शब्दी सलाही है अंत न पारावार, तिथै काल न अपड़ै, जिथै गुर का शब्द अपार। हुक्मी सब है उपजै हुक्मी कार कमाहे। उसे परमेश्वर के हुक्म नाल ही असी जन्म लेंदे हाँ शब्द राही, और वो शब्द के मुताबिक हुक्मी हुक्म चलाए राहो हुक्मी कार कमाहे। उस परमात्मा के हुक्म के अंदर ही जीव जिहड़ा है काम करता है, संसार दे विच विचरदा है, अनेकां तरह के कारज करदा है, ये भी उहदे हुक्म अंदर। फिर हुक्मी काल है वस है, जदों उहदा हुक्म हुंदा है फिर इस शरीर नूं त्याग जांदा है, काल दे वस पै जांदा है। जो परमेश्वर का हुक्म मन के सच्चे नाम नाल जुड़दे ने वो काल तो बच जाते हैं। हुक्मी काल है वस है हुक्मी सस समाहे। जिन्हों ने हुक्म नूं समझ लिया वो उहदे विच मिल गए, जिन्हों ने नहीं समझिया नहीं मन्निया वो काल दे वस पै गए। ये भी सारी हुक्म की खेड है। नानक जो तिस भावै सो थी है, इन्हां जनता वस किछ नाहे। इस करके उस हुक्मी नूं उस परमेश्वर नूं जो भाउंदा है वो ही हुंदा है। ये ज्ञानवान की गल है, ब्रह्म ज्ञानी की गल है। वो कहता वो इस वर्तारे नूं जाणदे हन, पर अल्पग जीव दे तुल वस कुछ नहीं है। अल्पग जीव जिहड़े हन वो फस जाते हैं। अज्ञानता करके बंदा फस जाता है, ज्ञान करके निकल जाता है। इस करके जिन्हां ने गुरु के ज्ञान नूं समझ लिया वो बार बार जमन मरण के चक्कर चों निकल जाते हैं। जिन्हां ने नहीं गल मन्नी गुरु की वो फिर कई जन्म पे कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर बिरख जोयो। मिल जगदीश मिलन की बरिया, चिरंकाल देश नरिया। जमदा रहा मरदा रहा टेढ़ियां जूना विच, पर फिर अखीर ते पातशाह कहंदे हुण तेरा मनुखा जीवन परमेश्वर नूं मिलण दा एक बहाना बनिया वधिया। मिल जगदीश मिलन की बरिया, मिलन का समा है। चिरंकाल देश नरिया, बड़े लंबे समय बाद तैनूं ये मनुखा देही प्राप्त हुई आ। तो सिखां ने पूछया सी महाराज काल की है, काल के बारे समझाउणा करो।
ਤੇ ਪਾਤਸ਼ਾਹ ਜੀ ਨੇ ਫਿਰ ਕਾਲ ਦੇ ਬਾਰੇ ਦੱਸਣਾ ਕੀਤਾ ਕਿ ਜਿਸ ਤਰ੍ਹਾਂ ਮੱਛੀ ਭਟਕਦੀ ਫਿਰਦੀ ਹੈ, ਕਦੇ ਇੱਧਰਲਾ ਪੱਥਰ ਚੱਟਿਆ ਕਦੇ ਉੱਧਰ ਚੱਟਿਆ, ਸਮੁੰਦਰ ਸਾਗਰ ਨੂੰ ਛੱਡ ਕੇ ਨਦੀਆਂ ਨਾਲਿਆਂ ਟੋਬਿਆਂ ਵਿੱਚ ਆ ਗਈ ਹੈ, ਇਸੇ ਤਰ੍ਹਾਂ ਜੀਵ ਪਰਮੇਸ਼ਰ ਨੂੰ ਛੱਡ ਕੇ ਜਦੋਂ ਥਾਂ ਥਾਂ ਭਟਕਦਾ ਉਦੋਂ ਇਸ ਨੂੰ ਬਾਰ-ਬਾਰ ਮੌਤ ਪੈਂਦੀ ਆ, ਬਾਰ-ਬਾਰ ਜਨਮ ਹੁੰਦਾ ਹੈ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਜਿਹੜਾ ਹੈ ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜੇਵਾ ਝੂਠੀ ਹੋਏ, ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੋਚਾ ਹੋਏ, ਬਿਨ ਅਬ ਸ਼ਬਦ ਨ ਮਾਂਜੀਐ, ਸਾਚੇ ਤੇ ਸੁੱਚ ਹੋਏ। ਹੁਣ ਇਹ ਜੀਵ ਕਿਵੇਂ ਗਿਆਨਵਾਨ ਹੋ ਸਕਦਾ ਹੈ, ਕਿਵੇਂ ਪਰਮਾਤਮਾ ਵਿੱਚ ਮਿਲਣ ਦੇ ਯੋਗ ਹੋ ਸਕਦਾ? ਪਹਿਲਾਂ ਕਿਸੇ ਵੀ ਬੰਦੇ ਨੂੰ ਆਪਣੇ ਆਪ ਨੂੰ ਉਸ ਅਵਸਥਾ ਦੇ ਯੋਗ ਬਣਾਉਣਾ ਪੈਂਦਾ ਹੈ ਜਿਹਦੇ ਵਿੱਚ ਮਿਲਣਾ। ਹੁਣ ਉਹਦੇ ਯੋਗ ਕਿਵੇਂ ਬਣੇ, ਇਹ ਪਾਤਸ਼ਾਹ ਜੀ ਅਗਲੇ ਸ਼ਬਦ ਵਿੱਚ ਦੱਸਦੇ ਹਨ। ਇਹ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ